ਹਾਲਾਤੇ ਪੰਜਾਬ ਤੋਂ ਵਿਵੇਕ ਬਖਸ਼ੀ। ਦੋਸਤੋ, ਅਸੀਂ ਤੁਹਾਨੂੰ ਆਪਣੇ ਚੈਨਲ ਦੇ ਦੁਆਰਾ ਪੰਜਾਬ ਦੇ ਹਾਲਾਤਾਂ ਬਾਰੇ ਸਮੇਂ-ਸਮੇਂ ਸਿਰ ਜਾਣੂ ਕਰਾਉਂਦੇ ਰਹਿੰਦੇ ਹਾਂ। ਪਿਛਲੇ ਦਿਨੀ ਬੀਜੇਪੀ ਦੇ ਅਧਿਆਕਸ਼ ਸੰਜੀਵ ਪੁਰੀ ਜੀ ਨੇ ਭਗਤ ਸਿੰਘ ਨਗਰ ਦੇ ਵਿੱਚ ਇੱਕ ਪਾਰਕ ਨੂੰ ਟਰਸਟ ਦੇ ਦੁਆਰਾ ਪਲਾਟ ਕੱਟਣ ਦੇ ਸੰਬੰਧ ਵਿੱਚ ਇੱਕ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਜਿਸ ਸੰਬੰਧ ਦੇ ਵਿੱਚ ਆਪਾਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼੍ਰੀ ਰਮਨ ਬਾਲਾ ਸੁਬਰਾਮਨਿਅਮ ਜੀ ਦੇ ਕੋਲ ਬੈਠੇ ਹਾਂ ਅਤੇ ਆਪਾਂ ਉਸ ਸੰਬੰਧ ਦੇ ਵਿੱਚ ਇਹਨਾਂ ਨਾਲ ਰੂਬਰੂ ਗੱਲ ਕਰਦੇ ਹਾਂ। ਰਮਨ ਜੀ ਨਮਸਕਾਰ। ਨਮਸਕਾਰ ਜੀ ਬਖਸ਼ੀ ਜੀ। ਹਾਂਜੀ ਰਮਨ ਜੀ, ਤੁਸੀਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਦੋਂ ਤੋਂ? ਮੈਨੂੰ 2 ਸਾਲ ਹੋ ਗਏ ਲਗਭਗ। ਮੈਂ 9 ਜੁਲਾਈ 2019 'ਚ ਮੈਨੂੰ ਚੇਅਰਮੈਨ ਬਣਾਇਆ ਸੀ ਇੰਪਰੂਵਮੈਂਟ ਟਰਸਟ। ਰਮਨ ਜੀ, ਤੁਸੀਂ ਜਦੋਂ ਇੰਪਰੂਵਮੈਂਟ ਟਰਸਟ ਦੇ ਵਿੱਚ ਚੇਅਰਮੈਨ ਹੋ, ਇੰਪਰੂਵਮੈਂਟ ਟਰਸਟ ਜਦੋਂ ਕਲੋਨੀ ਕੱਟਦੀ ਹੈ ਉਦੋਂ ਪਲਾਟ ਖਰੀਦਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਕੀ ਸਹੂਲਤਾਂ ਦੇਣ ਦੀ ਪਾਬੰਦ ਹੁੰਦੀ ਹੈ? ਦੇਖੋ, ਇਹ ਜਿਹੜੀਆਂ ਸਕੀਮ ਟੂ ਸਕੀਮ ਵੇਰੀ ਕਰਦੀਆਂ ਵਾ। ਇਹਦਾ ਇੱਕ ਲੇਆਊਟ ਪਲਾਨ ਬਣਦਾ, ਮਾਸਟਰ ਲੇਆਊਟ ਪਲਾਨ ਬਣਦਾ ਵਾ। ਉਹਦੇ ਵਿੱਚ ਹਰ ਤਰੀਕੇ ਦੀ ਚੀਜ਼ਾਂ, ਪਾਰਕਸ ਦੇਣੇ ਹੁੰਦੇ ਆ ਔਰ ਪਾਰਕਸ ਦੇਣੇ ਆ, ਕੋਈ ਕਮਿਊਨਿਟੀ ਸੈਂਟਰ ਦੇਣੇ ਆ, ਕੋਈ ਰਿਲੀਜੀਅਸ ਪਲੇਸ ਦੇਣੀ ਹੈ, ਕੋਈ ਹਸਪੀਟਲ ਦੀ ਜਗ੍ਹਾ ਦੇਣੀ ਹੈ। ਕਈ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਕਿ ਅਸੀਂ ਉਹਦੇ ਵਿੱਚ ਕੰਸੀਡਰ ਕਰਦੇ ਹੈਗੇ ਆ, ਪਰ ਉਹ ਡਿਪੈਂਡ ਕਰਦੀ ਹੈ ਸਕੀਮ ਟੂ ਸਕੀਮ। ਇਹ ਕੋਈ ਫਿਕਸਡ ਉਹਦਾ ਕ੍ਰਾਈਟੀਰੀਆ ਨਹੀਂ ਹੈ ਕਿ ਵੀ ਕਈ ਜਗ੍ਹਾ 'ਤੇ ਅਸੀਂ ਸਪੈਸ਼ਲ ਪਰਪਸ ਲਈ ਰੱਖ ਲੈਂਦੇ ਹੈਗੇ ਆ ਕਿ ਫਿਰ ਗਵਰਨਮੈਂਟ ਬਾਅਦ 'ਚੋਂ ਡਿਸਾਈਡ ਕਰਦੀ ਹੈ ਕਿ ਵੀ ਫੋਰ ਐਗਜ਼ਾਮਪਲ ਉੱਥੇ ਤੁਸੀਂ ਕੋਈ ਗਵਰਨਮੈਂਟ ਦੀ ਕੋਈ ਸਕੀਮ ਆ ਜਾਂਦੀ ਹੈ, ਅਸੀਂ ਉਹ ਚੀਜ਼ ਦੇਣੀ ਹੈ, ਜਾਂ ਅਸੀਂ ਕੋਈ ਮਲਟੀ ਸਟੋਰੀ ਬਿਲਡਿੰਗਸ ਬਣਾਉਣੀਆਂ ਮੈਂ ਤਾਂ ਕੁਛ ਇਕਨੋਮਿਕਲ ਵੀਕਰ ਸੈਕਸ਼ਨਸ ਲਈ, ਜਿਵੇਂ ਕੋਈ ਅਸੀਂ ਫਲੈਟਸ ਬਣਾਉਣੇ ਆ, ਅਤੇ ਇਹ ਗਵਰਨਮੈਂਟ ਦੀਆਂ ਜਿਹੜੀਆਂ ਗਾਈਡਲਾਈਨਸ ਹੁੰਦੀਆਂ ਉਹਦੇ ਹਿਸਾਬ ਨਾਲ ਹਰੇਕ ਸਕੀਮ ਦੀ ਇੱਕ ਲੇਆਊਟ ਬਣਦਾ ਵਾ, ਉਹਦੇ ਹਿਸਾਬ ਨਾਲ ਹੀ ਅਸੀਂ ਸਾਰਾ ਕੰਮ ਕਰਦੇ ਹਾਂ। ਈ ਬਲਾਕ ਦੇ ਵਿੱਚ ਜਿਹੜਾ ਪਾਰਕ ਨੂੰ ਪਲਾਟਾਂ 'ਚ ਕਨਵਰਟ ਕੀਤਾ ਜਾ ਰਿਹਾ, ਇਹ ਕਿਹੜੀ ਸਕੀਮ ਦੇ ਅੰਦਰ? ਇਹ ਪਹਿਲੀ ਗੱਲ ਤਾਂ ਤੁਹਾਡੇ ਕੋਲੇ ਇੰਨੀ ਕੁ ਵੱਡੀ ਮਿਸ ਇਨਫੋਰਮੇਸ਼ਨ ਹੈ, ਗਲਤ ਇਨਫੋਰਮੇਸ਼ਨ ਹੈ। ਪਹਿਲੀ ਗੱਲ ਤਾਂ ਜਿਹੜਾ ਐਗਜ਼ਿਸਟਿੰਗ ਪਾਰਕ ਹੈ ਉਹਦੇ ਵਿੱਚ 500 ਗਜ਼ ਐਡੀਸ਼ਨਲ ਜਗ੍ਹਾ ਹੋਰ ਜੋੜ ਦਿੱਤੀ ਗਈ ਹੈ, ਉਹ ਪਾਰਕ ਰਹੇਗਾ ਉੱਥੇ। ਪਾਰਕ ਨੂੰ ਬਿਲਕੁਲ ਵੀ ਡਿਸਟਰਬ ਨਹੀਂ ਕੀਤਾ ਗਿਆ। ਉੱਥੇ ਇੱਕ ਪ੍ਰਾਇਮਰੀ ਸਕੂਲ ਸਾਈਟ ਸੀ ਜਿਹਨੂੰ ਵੇਚਣ ਦੀ ਕੋਸ਼ਿਸ਼ ਬੜੀ ਦੇਰ ਕੀਤੀ ਗਈ। ਉਹਦਾ ਕਾਰਨ ਕੀ ਹੈ ਕਿ ਜਦੋਂ ਅਸੀਂ ਕੋਈ ਵੀ ਕਾਲੋਨੀ ਡਿਵੈਲਪ ਕਰਦੇ ਹੈਗੇ ਆ, ਇੰਪਰੂਵਮੈਂਟ ਟਰਸਟ ਉਹਦੇ ਪੈਸੇ ਦੇ ਕੇ ਉਹਨਾਂ ਤੋਂ ਪਲਾਟ ਲੈਂਦੀ ਹੈਗੀ ਹੈ, ਔਰ ਉਹ ਪਲਾਟ ਜਿਹੜੇ ਹੈਗੇ ਆ ਮਤਲਬ ਜਗ੍ਹਾ ਜਿਹੜੀ ਆ ਉਹਦੇ ਤੋਂ ਪੈਸੇ ਅਸੀਂ ਰਿਕਵਰ ਕਰਨੇ ਹੁੰਦੇ ਆ। ਸਾਈਟਸ ਜਿਹੜੀਆਂ ਵਾ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੂੰ ਵੀ ਭੇਜਿਆ ਕਿ ਵੀ ਤੁਸੀਂ ਇਸ ਜਗ੍ਹਾ ਨੂੰ ਸਾਡੇ ਤੋਂ ਖਰੀਦ ਲਓ। ਐਜੂਕੇਸ਼ਨ ਬੋਰਡ ਨੇ ਸਾਨੂੰ ਲਿਖ ਕੇ ਦਿੱਤਾ ਕਿ ਨਹੀਂ, ਅਸੀਂ ਖਰੀਦਣਾ ਨਹੀਂ ਚਾਹੁੰਦੇ, ਵੀ ਸਾਡੇ ਕੋਲੇ ਪੈਸੇ ਨਹੀਂ ਹੈਗੇ ਆ। ਤੇ ਅਲਟੀਮੇਟਲੀ ਫਿਰ ਅਸੀਂ ਆਪਣੇ ਟਰਸਟ ਦੀ ਮੀਟਿੰਗ ਦੇ ਵਿੱਚ ਇਹ ਮਤਾ ਲੈ ਕੇ ਆਏ ਕਿ ਵੀ ਇਸ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਇਸ ਨੂੰ ਟੈਕਲ ਕਰੀਏ, ਕਿਉਂਕਿ ਆਫਟਰ ਆਲ ਉਹ ਜਿਹੜੀ ਜਗ੍ਹਾ ਹੈਗੀ ਹੈ ਉਹਦਾ ਪੈਸਾ ਹੈ, ਉਹਦੇ ਪੈਸਾ ਰਿਕਵਰ ਅਸੀਂ ਕਰਨਾ ਵਾ। ਉਹ ਪੈਸਾ ਕਿਵੇਂ ਰਿਕਵਰ ਕਰਨਾ, ਉਹ ਅਸੀਂ ਜਾਂ ਤਾਂ ਪਲਾਟ ਅਲਾਟ ਕਰ ਸਕਦੇ, ਇਹਨੂੰ ਪਲਾਟ 'ਚ ਕਨਵਰਟ ਕਰਕੇ ਅਲਾਟ ਕਰ ਸਕਦੇ ਸੀਗੇ, ਅਤੇ ਜਾਂ ਅਸੀਂ ਜਿਹੜੀ ਉਹਨੂੰ ਈ ਆਕਸ਼ਨ ਦੇ ਥਰੂ ਅਸੀਂ ਵੇਚ ਸਕਦੇ ਹਾਂ। ਅਤੇ ਹੁਣ ਅਸੀਂ ਗਵਰਨਮੈਂਟ ਤੋਂ ਬਕਾਇਦਾ ਉਹ ਜਿਹੜਾ ਲੇਆਊਟ ਪਲਾਨ ਉਹਨੂੰ ਅਮੈਂਡ ਕਰਾਇਆ, ਜਿਹੜੇ ਕਿ ਸਾਡੀਆਂ ਪਾਵਰਸ ਹੈਗੀਆਂ, ਔਰ ਗਵਰਨਮੈਂਟ ਦੀਆਂ ਜਿਹੜੀਆਂ ਪਾਵਰਸ ਹੈ ਅੰਡਰ ਸੈਕਸ਼ਨ 43 ਅਸੀਂ ਅਮੈਂਡਮੈਂਟ ਕਰਾਈ ਹੈ ਉਹਦੀ, ਔਰ ਉਹਦੇ ਹਿਸਾਬ ਨਾਲ ਜਿਹੜੀਆਂ ਕਿ ਬੈਸਟ ਉੱਥੇ ਪੋਸੀਬਲ ਹੈ। ਸਾਰਿਆਂ ਨਾਲੋਂ ਵੱਡੀ ਗੱਲ ਇਹ ਹੈ ਕਿ ਕੰਟਰੋਵਰਸੀ ਜ਼ਿਆਦਾ ਪੋਲੀਟੀਕਲ ਹੈਗੀ। ਉੱਥੋਂ ਦੇ ਹੀ ਜਿਹੜੇ ਲੋਕ ਹੈ, ਉੱਥੋਂ ਦੀ ਜਿਹੜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਹੈ, ਉਹੀ ਸਾਨੂੰ ਅਪਰੋਚ ਕਰਦੀ ਪਈ ਸੀ ਵੀ ਅਸੀਂ ਇੱਥੇ ਕੁਝ ਵੀ ਨਹੀਂ ਚਾਹੁੰਦੇ, ਕਿਉਂਕਿ ਸਾਡੀ ਜਿਹੜੀ ਜਗ੍ਹਾ ਹੈਗੀ ਆ ਇਹਦੇ ਵਿੱਚ ਤੁਹਾਡੇ ਜਿਹੜੇ ਜੇ ਤੁਸੀਂ ਬਣ ਲਓ ਕਮਿਊਨਿਟੀ ਸੈਂਟਰ ਬਣਾਉਂਦੇ ਹੋ, ਇਹ ਸਾਡੇ ਘਰ ਜਿਹੜੇ ਡਿਸਟਰਬ ਹੋਣਗੇ। ਸਾਡੇ ਕੋਲ ਇੱਥੇ ਪਾਰਕਿੰਗ ਦੀ ਕੋਈ ਸਪੇਸ ਨਹੀਂ ਹੈ, ਔਰ ਸਾਰੇ ਸ਼ਹੀਦ ਭਗਤ ਸਿੰਘ ਨਗਰ ਨੂੰ ਇੱਕ ਕਮਿਊਨਿਟੀ ਸੈਂਟਰ ਦੀ ਲੋੜ ਹੈ, ਜਿਹੜਾ ਕਿ ਅਸੀਂ ਆਲਰੇਡੀ ਪ੍ਰੋਵਾਈਡ ਕਰ ਦਿੱਤਾ ਹੈ ਐਟ ਅ ਅਲਟਰਨੇਟ ਪਲੇਸ। ਸੋ ਜਿੱਥੋਂ ਤੱਕ ਗੱਲ ਇਹ ਹੈ ਵੀ ਕਮਿਊਨਿਟੀ ਸੈਂਟਰ ਚਾਹੀਦਾ, ਕਮਿਊਨਿਟੀ ਸੈਂਟਰ ਇਜ਼ ਬੀਇੰਗ ਪ੍ਰੋਵਾਈਡਡ ਟੂ ਦੈਮ ਟੂ ਸ਼ਹੀਦ ਭਗਤ ਸਿੰਘ ਨਗਰ। ਇੱਕ ਸਾਈਟ ਆਈਡੈਂਟੀਫਾਈ ਕਰ ਲਈ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕੋਈ ਇੱਕ ਹੋਰ ਅੱਧੀ ਸਾਈਟ ਆਈਡੈਂਟੀਫਾਈ ਕਰੀਏ ਤਾਂ ਕਿ ਐਡਿਕੁਏਟ ਕਮਿਊਨਿਟੀ ਸੈਂਟਰ ਦੀ ਜਿਹੜੀ ਅਵੇਲੇਬਿਲਿਟੀ ਹੈ ਉਹ ਲੋਕਾਂ ਨੂੰ ਅਵੇਲੇਬਲ ਹੋਵੇ। ਇਹ ਜਿਹੜੇ ਪਲਾਟ ਹੈ, ਇਹ ਕਿੰਨੇ ਪਲਾਟ ਕੱਟੇ ਜਾਣਗੇ ਔਰ ਕਿਸ ਸਾਈਜ਼ ਦੇ ਕੱਟੇ ਜਾਣਗੇ? ਇਹ ਮੈਨੂੰ ਐਗਜ਼ੈਕਟ ਯਾਦ ਨਹੀਂ, ਮੇਰਾ ਖਿਆਲ 10 ਪਲਾਟ ਹੈਗੇ ਨੇ। ਇੱਕ ਜ਼ਿਆਦਾਤਰ 150 ਗਜ਼ ਦੇ ਹੈ, ਫਿਰ 200 ਗਜ਼ ਦਾ ਇੱਕ ਸਾਈਡ 'ਤੇ ਜਿੱਥੇ ਜਗ੍ਹਾ ਬਚ ਗਈ ਉਹ 200 ਗਜ਼ ਹੈ। ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈ ਵੀ ਕਿੰਨੇ ਹੈਗੇ, ਪਰ ਪਲਾਟਿੰਗ ਜਿਹੜੀ ਹੈ ਐਜ਼ ਪਰ ਜਿਹੜੀਆਂ ਸਾਡੀਆਂ ਪੰਜਾਬ ਇੰਪਰੂਵਮੈਂਟ ਟਰਸਟ ਔਰ ਜਿਹੜੀਆਂ ਸਾਡੀਆਂ ਬਾਈ ਲਾਜ਼ ਹੈ, ਮਿਊਨਿਸਪਲ ਬਾਈ ਲਾਜ਼ ਹੈ, ਉਹਨਾਂ ਸਾਰੀਆਂ ਜਿਹੜੀਆਂ ਟਰਮ ਐਂਡ ਕੰਡੀਸ਼ਨਸ ਨੂੰ ਮੀਟ ਕਰਦੀ ਹੈ। ਦੋਸ਼ ਇਹ ਵੀ ਲਗਾਇਆ ਜਾ ਰਿਹਾ ਹੈ ਕਿ ਟੀਮ ਆਸ਼ੂ ਦੇ ਬੰਦਿਆਂ ਤੋਂ ਲਿਖ ਕੇ ਲੈ ਲਿੱਤਾ ਗਿਆ ਆ, ਬਾਕੀ ਪਬਲਿਕ ਉੱਥੇ ਕਹਿੰਦੀ ਹੈ ਕਿ ਸਾਨੂੰ ਤਾਂ ਪਤਾ ਨਹੀਂ ਸਾਡੇ ਤੋਂ ਕਾਹਦੇ 'ਤੇ ਸਾਈਨ ਕਰਾਏ ਆ।
ਦੇਖੋ ਇਹ ਤਾਂ ਤੁਸੀਂ ਉਹਨਾਂ ਲੋਕਾਂ ਨੂੰ ਹੀ ਪੁੱਛੋ। ਮੇਰੇ ਕੋਲੇ ਤਾਂ ਆਫੀਸ਼ੀਅਲ ਰਿਪਰੈਜ਼ੈਂਟੇਸ਼ਨ ਜਿਹੜੀ ਉੱਥੋਂ ਦੀ ਵੈਲਫੇਅਰ ਐਸੋਸੀਏਸ਼ਨ ਹੈ ਉਹਨਾਂ ਦੇ ਪ੍ਰਧਾਨਾਂ ਦੇ ਨਾਲ ਅਪਰੋਕਸੀਮੇਟਲੀ ਮੇਰੇ ਖਿਆਲ 100 ਸਾਈਨਾਂ ਦੇ ਨਾਲ ਸਾਡੇ ਕੋਲੇ ਆਈ ਹੋਈ ਹੈਗੀ ਹੈ। ਇੱਕ ਹੋਰ ਲੈਟਰ ਆਈ ਹੋਈ ਹੈ ਜਿਹਦੇ 'ਚ ਉਹਨਾਂ ਨੇ ਸਾਨੂੰ ਥੈਂਕਸ ਕੀਤਾ ਵਾ। ਮੇਰੇ ਕੋਲੇ ਗਾਹੇ ਬਗਾਹੇ ਉਹ ਜਦੋਂ ਦੇ ਮੈਂ ਬਣਿਆ ਮੈਂ ਮੈਨੂੰ ਮਿਲ ਕੇ ਗਏ ਹੈਗੇ ਕਿ ਵੀ ਸਾਨੂੰ ਕੁਛ ਨਾ ਕੁਛ ਤੁਸੀਂ ਪ੍ਰੋਵਾਈਡ ਕਰਾਓ। ਇਹ ਦੇਖੋ ਇਹ ਪੋਲੀਟੀਕਲ ਜਿਹੜੇ ਦੋਸ਼ ਹੁੰਦੇ ਆ ਇਹ ਤਾਣੇ ਮਾਨੇ ਨਾ ਕੋਈ ਮੈਟਰ ਨਹੀਂ ਕਰਦੇ ਜਦ ਤੱਕ ਅਸੀਂ ਆਪਣਾ ਸਰਕਾਰ ਦੇ ਵਿੱਚ ਪੂਰਾ ਪ੍ਰੋਸੀਜਰ ਤੇ ਸਰਕਾਰ ਦੇ ਵਿੱਚ ਪੂਰਾ ਕਾਨੂੰਨ ਜੇ ਫੋਲੋ ਕਰਦੇ ਆ ਬਿਲਕੁਲ ਠੀਕ ਹੈ। ਔਰ ਦੂਸਰੀ ਗੱਲ ਜਿਹੜਾ ਕੋਈ ਇਹ ਦੋਸ਼ ਹੈ ਮੇਰੇ 2 ਸਾਲ ਦੇ ਅੰਤ ਦੇ ਵਿੱਚ ਤਾਂ ਬਣੇ ਨਹੀਂ ਗੇ, ਮੇਰੇ ਤੋਂ ਪਹਿਲਾਂ ਦੇ ਬਣੇ ਹੋਏ ਆ। ਔਰ ਕੁਝ ਜਿਹੜੀਆਂ ਮੋਸਟ ਆਫ ਦਾ ਜਿਹੜੀਆਂ ਸਾਡੀਆਂ ਕਾਲੋਨੀਜ਼ ਹੈਗੀਆਂ ਵਾ ਉਹ ਅਸੀਂ ਟ੍ਰਾਂਸਫਰ ਕਰ ਚੁੱਕੇ ਹਾਂ ਕਾਰਪੋਰੇਸ਼ਨ ਨੂੰ ਤੇ ਉੱਥੇ ਕਾਰਪੋਰੇਸ਼ਨ ਦੇ ਬਿਲਡਿੰਗ ਬਾਈਲਾਜ਼ ਲੱਗਦੇ ਹੈਗੇ ਔਰ ਬਿਲਡਿੰਗ ਬਾਈਲਾਜ਼ ਉਹਨਾਂ ਦੇ ਆ। ਪਰ ਮੈਂ ਫਿਰ ਤੁਹਾਡੇ ਰਾਹੀਂ ਕਹਿਣਾ ਇੱਕੋ ਗੱਲ ਮੈਂ ਦੱਸਣਾ ਚਾਹੁੰਦਾ ਮੈਂ ਕਿ ਉਹ ਲੋਕ ਜਿਸ ਤਰ੍ਹਾਂ ਮਰਜ਼ੀ ਉਹ ਸਿਸਟਮ ਨੂੰ ਮੈਨੇਜ ਕਰਕੇ ਮੰਨ ਲਓ ਅੱਜ ਆਪਣੀ ਦੁਕਾਨ ਚਲਾ ਰਹੇ ਨੇ ਜਾਂ ਕਰ ਰਹੇ ਨੇ, ਉਹ ਟਾਈਮ ਬੰਬ ਤੇ ਬੈਠੇ ਨੇ। ਗਵਰਨਮੈਂਟ ਇਸ ਦੇ ਉੱਤੇ ਕੋਈ ਰਿਲੀਫ ਸ਼ਾਇਦ ਦੇ ਵੀ ਦੇਵੇ, ਕੋਈ ਪਾਲਿਸੀਜ਼ ਬਣ ਵੀ ਰਹੀਆਂ ਹੈਗੀਆਂ ਵਾ ਔਰ ਸ਼ਾਇਦ ਨਾ ਵੀ ਮਿਲੇ, ਮੈਨੂੰ ਇਹ ਨਹੀਂ ਪਤਾ ਹੈਗਾ। ਪਰ ਜਦ ਤੱਕ ਇਹ ਜਿਹੜੇ ਲੋਕ ਹੈਗੇ ਨੇ ਔਰ ਆਮ ਘੱਟੋ ਘੱਟ ਮੈਂ ਨਵੇਂ ਲੋਕਾਂ ਨੂੰ ਜ਼ਰੂਰ ਕਹੂੰਗਾ ਕਿ ਇਸ ਲੋਭ ਲਾਲਚ ਦੇ ਵਿੱਚ ਜਿਹੜਾ ਵਾ ਤੁਸੀਂ ਪ੍ਰਾਪਰਟੀਜ਼ ਦੇ ਵਿੱਚ ਇਨਵੈਸਟ ਨਾ ਕਰੋ। ਕਮਰਸ਼ੀਅਲ ਦੇ ਵਿੱਚ ਜਿੱਥੇ ਕਮਰਸ਼ੀਅਲ ਐਕਟੀਵਿਟੀਜ਼ ਅਲਾਊਡ ਹੈ ਸਿਰਫ ਉੱਥੇ ਹੀ ਕਰੋ। ਅਸੀਂ ਆਪਣਾ ਲੁਧਿਆਣਾ ਇੰਪਰੂਵਮੈਂਟ ਟਰਸਟ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਕਮਰਸ਼ੀਅਲ ਜਿਹੜੀਆਂ ਮੈਂ ਕੀ ਕਹਿੰਦੇ ਮਾਰਕੀਟਸ ਆਪਣੀਆਂ ਡਿਵੈਲਪ ਕਰ ਰਹੀ ਹੈਗੀ ਹੈ। ਤੁਸੀਂ ਉਸ ਕਮਰਸ਼ੀਅਲ ਮਾਰਕੀਟਸ 'ਚ ਬੂਥ ਐਸਯੂ ਜੋ ਮਰਜ਼ੀ ਲਓ, ਅਸੀਂ ਤੁਹਾਨੂੰ ਵੈਲਕਮ ਹੈ। ਔਰ ਮੈਂ ਇੱਕ ਹੋਰ ਤੁਹਾਡੇ ਨਾਲ ਬਖਸ਼ੀ ਜੀ ਦੱਸਦਾ ਕਿ ਅਸੀਂ ਈ-ਆਕਸ਼ਨ ਦੇ ਥਰੂ ਪ੍ਰਾਪਰਟੀਆਂ ਬਕਾਇਦਾ ਪ੍ਰੋਪਰ ਐਡਵਰਟਾਈਜ਼ਮੈਂਟ ਦੇ ਨਾਲ ਰੂਲਸ ਐਂਡ ਰੈਗੂਲੇਸ਼ਨ ਦੇ ਨਾਲ ਕਰਦੇ ਹਾਂ। ਈ-ਆਕਸ਼ਨ ਬੜਾ ਟਰਾਂਸਪੇਰੈਂਟ ਸਿਸਟਮ ਹੈ ਜਿਹਦੇ ਵਿੱਚ ਕੋਈ ਵੀ ਬੰਦਾ ਕਿਸੇ ਨੂੰ ਵੀ ਇਨਫਲੂਐਂਸ ਨਹੀਂ ਕਰ ਸਕਦਾ। ਸਾਨੂੰ ਨਹੀਂ ਪਤਾ ਹੁੰਦਾ ਵੀ ਕਿਸ ਬੰਦੇ ਨੇ ਪ੍ਰਾਪਰਟੀ ਲਿੱਤੀ ਹੈ ਜਾਂ ਨਹੀਂ ਲਿੱਤੀ ਹੈ। ਤੁਸੀਂ ਉਹਦੇ 'ਚ ਪਾਰਟਿਸਿਪੇਟ ਕਰੋ ਔਰ ਉਹਦੇ ਨਾਲ ਪਾਰਟਿਸਿਪੇਟ ਕਰਕੇ ਹੁਣ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਹੀ ਅਸੀਂ 30 ਬੂਥਸ ਉੱਥੇ ਆਕਸ਼ਨ 'ਚ ਲਾਏ ਹੋਏ ਹੈ। ਪ੍ਰਾਪਰਟੀ ਕਮਰਸ਼ੀਅਲ ਹੈਗੀਆਂ ਮੈਂ, ਤੁਸੀਂ ਵਰਤੋ ਉਹਨਾਂ ਨੂੰ, ਬਹੁਤ ਅੱਛੀ ਕੁਆਲਿਟੀ ਦੇ ਬਣੇ ਹੈਗੇ ਆ। ਸੋ ਮੇਰਾ ਤਾਂ ਰਿਕੁਐਸਟ ਤੁਹਾਡੇ ਰਾਹੀਂ ਫਿਰ ਹੈ ਵੈ ਕਿ ਵੀ ਮੇਰੇ ਕੋਲ ਕਿਸੇ ਵੀ ਇਸ਼ੂ 'ਤੇ ਮੈਂ ਤੁਹਾਡਾ ਹਿੱਸਾ ਮੈਂ ਸਮਾਜ ਦਾ ਹਿੱਸਾ ਮੈਂ ਤੁਹਾਡੇ ਆਮ ਲੋਕਾਂ ਵਰਗਾ ਹੀ ਮੈਂ ਇੱਕ ਇਨਸਾਨ ਹੈ। ਮੈਂ ਸਮਝਦਾ ਵੀ ਹਰ ਬੰਦੇ ਨੂੰ ਰਿਕੁਆਇਰਮੈਂਟ ਹੈ, ਪਰ ਰਿਕੁਆਇਰਮੈਂਟ ਦੇ ਚੱਕਰ ਦੇ ਵਿੱਚ ਤੁਸੀਂ ਲਾਜ਼ ਨੂੰ ਵਾਇਓਲੇਟ ਨਾ ਕਰੋ। ਅਸੀਂ ਤੁਹਾਡੇ ਨਾਲ ਸਾਰੇ ਕੋਆਪਰੇਟ ਕਰਨ ਨੂੰ ਤਿਆਰ ਹੈ। ਤੁਹਾਡਾ ਕੋਈ ਵੀ ਇਸ਼ੂ ਹੈ ਸਾਡੇ ਕੋਲ ਆਓ, ਅਸੀਂ ਓਪਨ ਆਰਮਸ ਦੇ ਨਾਲ ਤੁਹਾਨੂੰ ਵੈਲਕਮ ਕਰਾਂਗੇ। ਕਮਿਊਨਿਟੀ ਸੈਂਟਰ ਦੇ ਲਈ ਕੋਈ 35 ਲੱਖ ਰੁਪਇਆ ਵੀ ਪਾਸ ਹੋਇਆ ਸੀ? ਮੇਰੇ ਕੋਲ ਅੱਜ ਦੀ ਡੇਟ 'ਚ ਤਾਂ ਕੋਈ ਬਜਟ ਨਹੀਂ ਹੈ। ਨਹੀਂ ਮੇਰੇ ਕੋਲੇ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲੇ ਕੋਈ ਬਜਟ ਨਹੀਂ ਹੈ। ਜੇ 35 ਲੱਖ ਰੱਖਿਆ ਹੁੰਦਾ ਵਾ, ਨਹੀਂ ਮਤਾ ਪਾਇਆ ਨਾ, ਨਹੀਂ ਇਹ ਮੈਂ ਫਿਰ ਉਹੀ ਗੱਲ ਕਰ ਰਿਹਾ, ਇਹ ਮਤਾ ਪਾ ਕੇ ਸਾਹਿਬ ਮੇਰੀ ਗੱਲ ਨਹੀਂ, ਮਤਾ ਪਾ ਕੇ ਭੇਜਤਾ, ਪਰ ਮਤਾ ਪਾ ਕੇ ਭੇਜ ਕੇ ਉਹ 35 ਲੱਖ ਕਿੱਥੇ ਲਾਣਾ ਮੈਂ ਜਦੋਂ ਉੱਥੇ ਕਮਿਊਨਿਟੀ ਸੈਂਟਰ ਅਪਰੂਵਡ ਹੀ ਦੇ ਨਾਲ। ਮੈਂ ਕਾਂਗਰਸ ਦੀ ਸੇਵਾ ਇਹ ਚੇਅਰਮੈਨ ਬਣਨ ਲਈ ਨਹੀਂ ਕੀਤੀ, ਪਰ ਮੇਰਾ ਇੱਕ ਨਸ਼ਾ ਹੈਗਾ, ਮੈਨੂੰ ਹਿੰਦੁਸਤਾਨ ਦੇ ਨਾਲ ਪਿਆਰ ਹੈ। ਮੈਂ ਹਿੰਦੁਸਤਾਨ ਦੇ ਵਿੱਚ ਲਿਬਰਲ ਵੈਲਿਊਜ਼ ਦਾ ਮੈਂ ਬਹੁਤ ਵੱਡਾ ਮੁਰੀਦ ਹਾਂ। ਮੈਂ ਉਹਦੇ ਲਈ ਲੜਦਾ ਵੀ ਹਾਂ, ਮੈਂ ਲਿਖਦਾ ਵੀ ਹਾਂ। ਮੈਂ ਕਦੀ ਨਹੀਂ ਕਹਿੰਦਾ ਕਿ ਵੀ ਮੇਰੇ ਉੱਤੇ ਮੈਂ ਕਿਸੇ ਨੂੰ ਡਿਸੈਂਟ, ਤੁਸੀਂ ਮੇਰੇ ਨਾਲ ਬਿਲਕੁਲ ਐਗਰੀ ਨਹੀਂ ਕੀਤੇ। ਤੁਸੀਂ ਮੇਰੀ ਗੱਲ ਸੁਣੋ, ਤੁਸੀਂ ਇੱਕ ਸਟੋਰੀ ਚਲਾਈ ਜਿਹੜੀ ਬਿਲਕੁਲ ਨੈਗੇਟਿਵ ਸੀ ਮੇਰੇ ਅਗੇਂਸਟ, ਪਰ ਮੈਂ ਤੁਹਾਨੂੰ ਜਦੋਂ ਤੁਸੀਂ ਮੈਨੂੰ ਫੋਨ ਕੀਤਾ ਤੁਹਾਨੂੰ ਕਦੀ ਲੱਗਿਆ ਕਿ ਵੀ ਮੈਂ 1 ਮਿੰਟ ਲਈ ਵੀ ਇਹ ਕਿਹਾ ਕਿ ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ ਵੀ ਤੁਸੀਂ ਬੋਲ ਰਹੇ ਹੋ ਕਿਸ ਗੱਲ ਦੇ ਬੋਲ ਰਹੇ ਹੋ। ਜਦੋਂ ਤੁਸੀਂ ਮੈਨੂੰ ਦੱਸਿਆ, ਤੁਸੀਂ ਕਿਹਾ ਵੀ ਇਸ ਇਸ਼ੂ ਤੇ ਮੇਰੇ ਨਾਲ ਗੱਲ ਕਰਨੀ ਹੈ, ਮੈਨੂੰ ਇਹ ਦੱਸੋ, ਤੁਸੀਂ ਆਪਣਾ ਐਕਸਪੀਰੀਅੰਸ ਦੱਸੋ ਕਿ ਮੇਰੇ ਬੁਲਾਉਣ ਦੇ ਵਿੱਚ ਜਾਂ ਮੇਰੇ ਤੁਹਾਡੇ ਨਾਲ ਇੰਟਰੈਕਟ ਕਰਨ 'ਚ ਤੁਹਾਨੂੰ ਲੱਗਿਆ ਕਿ ਵੀ ਮੈਂ ਕੋਈ ਚੀਜ਼ਾਂ ਨੂੰ ਡਿਨਾਈ ਕਰਨ ਦੇ ਮੂਡ 'ਚ ਹਾਂ। ਤਾਂ ਮੈਂ ਤੁਹਾਨੂੰ ਫਿਰ ਬੇਨਤੀ, ਟਰਸਟ ਦੇ ਪਲਾਟਸ ਜਿਹੜੇ ਆ ਡੋਮੈਸਟਿਕ ਪ੍ਰਾਪਰਟੀਆਂ ਦੇ ਵਿੱਚ ਕਮਰਸ਼ੀਅਲ ਐਕਟੀਵਿਟੀਜ਼ ਹੋ ਰਹੀਆਂ ਨੇ, ਬਿਲਕੁਲ ਗਲਤ ਹੋਣਾ, ਇਹ ਬਿਲਕੁਲ ਗਲਤ ਹੈ ਸਾਹਿਬ। ਇਹ ਅਸੀਂ ਬਿਲਕੁਲ ਇਹਨਾਂ ਤੇ ਐਕਸ਼ਨ ਲੈ ਰਹੇ ਹੈਗੇ ਆ ਔਰ ਇਹ ਮੁੱਦਾ ਬੜੇ ਵੱਡੇ ਲੈਵਲ ਤੇ ਚੱਲ ਰਿਹਾ ਵੈ। ਪਰ ਗਵਰਨਮੈਂਟ ਦੀਆਂ ਪਾਲਿਸੀਜ਼ ਹੈਗੀਆਂ ਮੈਂ ਵੀ ਸ਼ਾਇਦ ਇਹਨਾਂ ਤੇ ਕੁਝ ਰਿਲੀਫ ਦਿੱਤੀ ਜਾਵੇ। ਪਰ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਰਾਹੀਂ, ਤੁਸੀਂ ਕਿਉਂਕਿ ਇਹ ਬੜਾ ਇੰਪੋਰਟੈਂਟ ਮੁੱਦਾ ਯੂਜ਼ ਕੀਤਾ ਹੈ, ਜਿਹੜੇ ਲੋਕ ਕਮਰਸ਼ੀਅਲ ਪ੍ਰਾਪਰਟੀਜ਼ ਦੇ ਵਿੱਚ ਰੈਜ਼ੀਡੈਂਸ਼ੀਅਲ ਦੇ ਵਿੱਚ ਕਮਰਸ਼ੀਅਲ ਐਕਟੀਵਿਟੀਆਂ ਕਰ ਰਹੇ ਹੈਗੇ ਨੇ, ਉਹ ਟਾਈਮ ਬੰਬ ਤੇ ਬੈਠੇ ਨੇ ਸਾਹਿਬ। ਉਹ ਕਿਸੇ ਦਿਨ ਵੀ ਉਸ ਤੇ ਉਹ ਫੁੱਟੇਗਾ ਔਰ ਉਹਨਾਂ ਤੇ ਬੜੀ ਸਖਤ ਕਾਰਵਾਈ ਹੋਏਗੀ। ਮੈਂ ਇਸ ਗੱਲ ਨੂੰ ਲੋਕਾਂ ਨੂੰ ਇਸ ਗੱਲ ਨੂੰ ਗੁਰੇਜ਼ ਕਰਨ, ਪ੍ਰਾਪਰਟੀਆਂ ਇਹੋ ਜਿਹੀਆਂ ਖਰੀਦਣ ਨੂੰ, ਕਮਰਸ਼ੀਅਲ ਐਕਟੀਵਿਟੀ ਕਰਨ ਨੂੰ, ਕਿਉਂਕਿ ਕਾਨੂੰਨ ਜਦੋਂ ਜਾਗਦਾ ਵੈ ਉਹ ਫਿਰ ਸਾਨੂੰ ਸਾਰਿਆਂ ਨੂੰ ਪਾਬੰਦ ਕਰ ਦਿੰਦਾ ਵੈ।
ਲੋਕਾਂ ਨੂੰ ਲੋਕੀ ਜਿਹੜੇ ਘਰ ਬਣਾਏ ਆ ਜਿਨ੍ਹਾਂ ਨੇ ਜਿਹੜੀ ਜਗ੍ਹਾ ਜੇ ਗਵਰਨਮੈਂਟ ਤੁਹਾਨੂੰ ਅਲਾਉ ਕਰਦੀ ਹੈ ਜਗ੍ਹਾ ਕਮਰਸ਼ੀਅਲ ਫਿਰ ਠੀਕ ਹੈ, ਤੁਹਾਨੂੰ ਗਵਰਨਮੈਂਟ ਦੀ ਪਰਮਿਸ਼ਨ ਹੈ। ਪਰ ਜੇ ਗਵਰਨਮੈਂਟ ਨੇ ਤੁਹਾਨੂੰ ਪਰਮਿਟ ਨਹੀਂ ਕੀਤਾ ਔਰ ਤੁਸੀਂ ਕਮਰਸ਼ੀਅਲ ਐਕਟੀਵਿਟੀਜ਼ ਕਰ ਰਹੇ ਹੈਗੇ ਹੋ ਤੇ ਫਿਰ ਤੁਹਾਡਾ ਰਿਸਕ ਤੁਹਾਡਾ ਹੈਗਾ ਵਾ। ਸਾਡੇ ਕੋਲੇ ਜਦੋਂ ਵੀ ਬਖਸ਼ੀ ਜੀ ਮੇਰੇ ਕੋਲੇ ਕੋਈ ਇਹੋ ਜਿਹੀ ਕੰਪਲੇਂਟ ਆਉਂਦੀ ਹੈ ਮੈਂ ਐਕਸ਼ਨ ਜ਼ਰੂਰ ਲੈਂਦਾ। ਮੈਂ ਬਕਾਇਦਾ ਕਈ ਕੈਂਸਲ ਕੀਤੇ ਆ ਪਲਾਟਸ, ਕਈਆਂ ਦੇ ਅਗੇਂਸਟ ਮੈਂ ਜਿਹੜਾ ਜੋ ਮੇਰੇ ਤੋਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਮੈਂ ਕਰਨ ਨੂੰ ਤਿਆਰ ਹੈ। ਪਰ ਫਿਰ ਉਹ ਜਾ ਕੇ ਲੋਕ ਕੋਰਟਾਂ ਦੇ ਵਿੱਚੋਂ ਸਟੇ ਲੈ ਆਉਂਦੇ ਆ ਜਾਂ ਕੋਰਟਾਂ ਦੇ ਵਿੱਚ ਚਲੇ ਜਾਂਦੇ ਆ, ਫਿਰ ਉਹ ਵੀ ਸਾਨੂੰ ਜਿਹੜਾ ਵਾ ਉਹਨਾਂ ਨੂੰ ਬਰਦਾਸ਼ਤ ਕਰਨਾ ਪੈਂਦਾ। ਰਮਨ ਜੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਮੇਰੇ ਕੋਲ ਕੰਪਲੇਂਟ ਆਉਂਦੀ ਹੈ, ਦੇਖੋ ਆਫਟਰ ਆਲ ਟਰਸਟ ਦੇ ਛੋਟੇ ਤੋਂ ਵੱਡੇ ਤੱਕ ਹਰ ਅਧਿਕਾਰੀ ਪਬਲਿਕ ਦੇ ਟੈਕਸਾਂ 'ਚੋਂ ਸੈਲਰੀ ਲੈਂਦਾ ਅਤੇ ਹਰੇਕ ਮਹਿਕਮੇ ਨਾਲ ਮੇਰੇ ਆਫਿਸਰਸ ਨਾਲ ਗੱਲ ਹੁੰਦੀ ਹੈ ਤਾਂ ਉਹ ਇਹ ਕਹਿੰਦੇ ਆ ਕਿ ਸਾਡੇ ਕੋਲ ਕੰਪਲੇਂਟ ਆਏਗੀ ਤਾਂ ਅਸੀਂ ਐਕਸ਼ਨ ਲਵਾਂਗੇ। ਕੀ ਅਧਿਕਾਰੀਆਂ ਦੀ ਆਪਣੀ ਕੋਈ ਡਿਊਟੀ ਨਹੀਂ ਬਣਦੀ? ਬਿਲਕੁਲ ਤੁਹਾਡੀ ਗੱਲ ਮੈਂ ਤੁਹਾਡੇ ਨਾਲ ਐਗਰੀ ਕਰਦਾ ਬਖਸ਼ੀ ਸਾਹਿਬ, ਪਰ ਇਹ ਲੀਗੇਸੀ ਇਸ਼ੂਜ਼ ਹੈ। ਮੇਰੇ 2 ਸਾਲ ਦੇ ਅੰਤ ਦੇ ਵਿੱਚ ਤਾਂ ਬਣੇਗਾ, ਲੋਕਾਂ ਦੇ ਲਈ ਰਹੇਗਾ। ਔਰ ਜੇ ਉੱਥੋਂ ਦੇ ਲੋਕਾਂ ਨੂੰ ਜਿਹੜੇ ਇਲਜ਼ਾਮ ਲਾ ਰਹੇ ਉਹਨਾਂ ਨੂੰ ਕੋਈ ਉੱਥੇ ਐਕਸਟਰਾ ਫੈਸਿਲਿਟੀ ਵੀ ਚਾਹੀਦੀ ਹੈਗੀ ਹੈ, ਚਾਹੇ ਲਾਈਟਾਂ ਚਾਹੀਦੀਆਂ, ਚਾਹੇ ਜਿਮ ਚਾਹੀਦਾ, ਚਾਹੇ ਸ਼ੈਡਸ ਚਾਹੀਦੇ ਆ, ਚਾਹੇ ਬੈਂਚਿਸ ਚਾਹੀਦੇ ਆ, ਜੋ ਚੀਜ਼ ਉਹਨਾਂ ਨੂੰ ਲੱਗਦਾ ਘਾਟ ਉਹ ਸਾਡੇ ਇੰਪਰੂਵਮੈਂਟ ਟਰਸਟ ਦੇ ਸਾਡੇ ਕਨਸਟੀਚੂਐਂਟ ਹੈ। ਜਿੱਦਣ ਮਰਜ਼ੀ ਮੇਰੇ ਕੋਲ ਆਉਣ, ਮੈਂ ਬਿਨਾਂ ਪੱਖਪਾਤ ਕੀਤੇ ਹੋਏ ਜਿਸ ਤਰ੍ਹਾਂ ਦੀ ਵੀ ਉਹ ਡਿਵੈਲਪਮੈਂਟ ਪਾਰਕ 'ਚ ਚਾਹੁੰਦੇ ਮੈਂ ਕਰਨ ਨੂੰ ਤਿਆਰ ਹਾਂ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਕਾਨੂੰਨ ਦੇ ਵਿੱਚ ਰਹਿ ਕੇ ਕੰਮ ਕਰਦਾ ਔਰ ਮੈਂ ਕਾਨੂੰਨ ਦੀ ਇੱਜ਼ਤ ਕਰਦਾ, ਇਹ ਵੀ ਤੁਹਾਡੇ 'ਤੇ ਇੱਕ ਡਾਇਰੈਕਟ ਤੌਰ 'ਤੇ ਦੋਸ਼ ਲੱਗਿਆ ਕਿ ਤੁਸੀਂ ਜਿੱਥੇ ਰਹਿੰਦੇ ਹੋ ਉੱਥੋਂ ਤੁਸੀਂ ਪਾਰਕ ਦੇ ਵਿੱਚ ਦੀ ਰਸਤਾ ਕੱਢਿਆ ਹੋਇਆ। ਮੇਰੀ ਇੱਕ ਫਿਰ ਮੈਂ ਤੁਹਾਨੂੰ ਗੱਲ ਕਹਿ ਦਿੱਤਾ, ਮੇਰਾ ਘਰ ਹੈ ਉਹ ਮੈਂ ਜਿਹੜਾ ਪਲਾਟ ਖਰੀਦਿਆ ਸੀ ਅੱਜ ਤੋਂ 15 ਸਾਲ ਪਹਿਲਾਂ ਖਰੀਦਿਆ ਸੀ, ਜਦੋਂ ਮੈਨੂੰ ਪਤਾ ਨਹੀਂ ਸੀਗਾ ਕਿ ਮੈਂ ਚੇਅਰਮੈਨ ਬਣਨਾ ਹੈ। ਜਿਹੜਾ ਉਹਦੇ 'ਚ ਲੇਆਊਟ ਪਲਾਨ ਹੈਗਾ ਵਾ ਉਹ ਡਿਊਲੀ ਅਮੈਂਡਡ ਸੀਗਾ। ਸੁਣੋ ਮੈਂ ਤੁਹਾਨੂੰ ਗੱਲ ਦੱਸਦਾ, ਮੈਂ ਉਹ ਬਕਾਇਦਾ ਜਿਹੜਾ ਵਾ ਲੇਆਊਟ ਪਲਾਨ ਜਿਹੜਾ ਉੱਥੇ ਐਗਜ਼ਿਸਟ ਕਰਦਾ ਵਾ ਉਹਦੇ ਹਿਸਾਬ ਨਾਲ ਉੱਥੇ ਸੜਕ ਕੱਢੀ ਹੈ, ਉਹਦੇ ਹਿਸਾਬ ਨਾਲ ਹੀ ਉੱਥੇ ਪਾਰਕ ਬਣਿਆ ਵਾ, ਉਹਦੇ ਹਿਸਾਬ ਨਾਲ ਹੀ ਜਿਹੜੀ ਗਵਰਨਮੈਂਟ ਦੀਆਂ ਰੂਲਸ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਜੋ ਨਕਸ਼ਾ ਪ੍ਰਵਾਨ ਹੋਣਾ ਚਾਹੀਦਾ, 1 ਇੰਚ ਵੀ ਚੀਜ਼ ਇੱਧਰ ਦੀ ਉੱਧਰ ਨਹੀਂ ਹੋਈ। ਇਹ ਦੇਖੋ ਮੈਂ ਤੁਹਾਨੂੰ ਫਿਰ ਗੱਲ ਕਰਦਾ ਮੈਂ ਕਿ ਵੀ ਇਹ ਜਿਹੜੀ ਪੋਲੀਟੀਕਲ ਦੋਸ਼ਬਾਜ਼ੀ ਹੈ ਔਰ ਇਲੈਕਸ਼ਨਾਂ ਦੇ ਦੌਰਾਨ ਥੋੜ੍ਹੀ ਜ਼ਿਆਦਾ ਵੱਧ ਜਾਂਦੀ ਹੈ। ਮੈਂ ਬੜਾ ਸਿੱਧਾ ਸਾਦਾ ਜਿਹਾ ਸਧਾਰਨ ਇਨਸਾਨ ਹੈ। ਮੇਰੀਆਂ ਕੋਈ ਇੰਨੀਆਂ ਖਾਸ਼ਾਂ ਨਹੀਂ ਕਿ ਮੈਂ ਸੜਕ ਦੱਸੋ ਮੇਰੇ ਘਰ ਨੂੰ ਇਕੱਲੇ ਥੋੜ੍ਹਾ ਜਾਂਦੀ, ਉਹ ਤਾਂ ਸਾਰੇ ਮਹੱਲੇ ਨੂੰ ਜਾਂਦੀ ਹੈ। ਤੁਸੀਂ ਉੱਥੇ ਜਾ ਕੇ ਹੁਣ ਦੇਖੋ ਜਿੱਥੋਂ ਮੈਂ ਸੜਕ ਕੱਢੀ ਹੈ, ਜਿੱਥੇ ਉਹ ਬੂਥ ਬਣੇ ਹੈ, ਉੱਥੇ ਆਸੇ-ਪਾਸੇ ਜਿਹੜੀ ਡਿਵੈਲਪਮੈਂਟ ਹੋਈ ਹੈ ਕਿੰਨਾ ਸੋਹਣਾ। ਉੱਥੇ ਤਾਂ ਗੰਦ ਦਾ ਢੇਰ ਲੱਗਿਆ ਹੁੰਦਾ ਸੀ ਸਾਹਿਬ। ਮੈਂ ਚੀਜ਼ਾਂ ਨੂੰ ਠੀਕ ਕੀਤਾ। ਮੈਂ ਉੱਥੇ ਜੇ ਚਲਾ ਵੀ ਗਿਆ ਔਰ ਮੇਰੇ ਕੋਲ ਜਿਹੜੇ ਇਖਤਿਆਰ ਆਏ ਆ, ਜਿਹੜੀਆਂ ਚੀਜ਼ਾਂ ਉੱਥੇ ਠੀਕ ਹੋਈਆਂ ਉਹ ਮੈਂ ਆਪਣੇ ਲਈ ਨਹੀਂ ਕਰਾ ਰਿਹਾ, ਉਹ ਆਫਟਰ ਆਲ ਸਾਰੇ ਸਮਾਜ ਲਈ ਕੰਮ ਕਰ ਰਿਹਾ। ਮੇਰਾ ਤਾਂ ਇੱਕ 200 ਗਜ਼ ਦਾ ਘਰ ਹੈਗਾ ਵਾ, ਛੋਟਾ ਜਿਹਾ ਮੇਰਾ ਘਰ ਹੈ, ਸਿੰਪਲ। ਅਸੀਂ ਮਿਡਲ ਕਲਾਸ ਫੈਮਿਲੀ ਦੇ ਹੈਗੇ, ਮੈਂ ਤੇ ਮੇਰੀ ਵਾਈਫ ਵੀ ਜਿਹੜੀ ਗਵਰਨਮੈਂਟ ਲੈਕਚਰਰ ਹੈਗੀ ਆ, ਉਹ ਵਿਚਾਰੇ ਅਸੀਂ ਮਿਹਨਤਕਸ਼ ਲੋਕ ਹੈਗੇ ਆ। ਫਿਰ ਇਹਨਾਂ ਚੀਜ਼ਾਂ ਨੂੰ ਵੀ ਜੇ ਤੁਸੀਂ ਕਿੰਤੂ ਪਰੰਤੂ ਪੋਲੀਟਿਕਸ 'ਚ ਲੈ ਜਾਓ, ਹਾਂ ਠੀਕ ਹੈ ਮੇਰੀ ਪੋਲੀਟੀਕਲ ਆਈਡੀਓਲੋਜੀ ਬਿਲਕੁਲ ਕਾਂਗਰਸ ਦੇ ਨਾਲ ਹੈ, ਮੈਂ ਕਾਂਗਰਸ ਨੂੰ ਦਿਲੋਂ ਪਿਆਰ ਕਰਦਾ ਔਰ ਮੈਂ ਬੀਜੇਪੀ ਨੂੰ ਔਰ ਮੋਦੀ ਨੂੰ ਮੈਂ ਦਿਲੋਂ ਹੇਟ ਕਰਦਾ ਮੈਂ ਕਾਰਨ ਹੈ ਵੀ ਇਹ ਫਾਸਿਸਟ ਨੇ। ਇਹਨਾਂ ਨੇ ਤਾਂ ਲਿਬਰਲ ਵੈਲਿਊਜ਼ ਹਿੰਦੁਸਤਾਨ ਦੀਆਂ ਸਾਡੀਆਂ ਖਤਮ ਕਰ ਦਿੱਤੀਆਂ ਇਹ ਤਾਂ ਹੁਣ ਡਿਕਟੇਟਰਸ਼ਿਪ ਵਾਲੇ ਪਾਸੇ ਆ ਗਏ ਹੈ। ਤੁਸੀਂ ਦੇਖੋ ਸਾਡੇ ਫਾਰਮਰਸ ਨੂੰ ਕਿਵੇਂ ਇਹਨਾਂ ਨੇ ਰੋਲ ਦਿੱਤਾ ਇਹ ਹਰ ਗੱਲ 'ਤੇ ਪੋਲੀਟਿਕਸ ਕਰਨ ਨੂੰ ਤਿਆਰ ਹੈਗੇ ਆ। ਮੇਰਾ ਮਕਸਦ ਆਈਡੀਓਲੋਜੀਕਲੀ ਇਹਨਾਂ ਦਾ, ਮੈਂ ਬਿਲਕੁਲ ਇਹਨਾਂ ਦੇ ਅਗੇਂਸਟ ਹੈ। ਵਾਜਪਾਈ ਸਾਹਿਬ ਦੀ ਅਸੀਂ ਬੜੀ ਰਿਸਪੈਕਟ ਕੀਤੀ ਹੈ, ਵਾਜਪਾਈ ਸਾਹਿਬ ਵਾਜ਼ ਅ ਲਿਬਰਲ ਮੈਨ, ਪਰ ਇਹ ਬੀਜੇਪੀ ਉਹ ਬੀਜੇਪੀ ਨਹੀਂ ਹੈ। ਮੈਂ ਸ਼ੁਰੂ ਤੋਂ ਕਾਂਗਰਸ ਦੇ ਨਾਲ ਹਾਂ। ਮੈਂ ਸਟੂਡੈਂਟ ਜਿਹੜਾ ਕੋਈ ਇਹ ਦੋਸ਼ ਹੈ ਇਹ ਲਾ ਰਿਹਾ ਜੀ ਇਹਦੇ 'ਚ ਕੋਈ ਭੂ ਮਾਫੀਆ ਜਾਂ ਕੋਈ ਹੋਰ ਹੈ। ਦੇਖੋ ਅਸੀਂ ਤਾਂ ਓਪਨ ਆਕਸ਼ਨ ਦੇ ਵਿੱਚ ਇਹਨਾਂ ਨੂੰ ਵੇਚ ਰਹੇ ਹਾਂ, ਜਿਹੜਾ ਮਰਜ਼ੀ ਆ ਕੇ ਮੈਂ ਕਿੰਨੀਆਂ ਆਕਸ਼ਨ ਕਰ ਰਿਹਾ, ਮੈਂ ਬਿਲਕੁਲ ਟਰਾਂਸਪੇਰੈਂਟ ਤਰੀਕੇ ਨਾਲ ਹੈ। ਜਿਹੜਾ ਕੋਈ ਦੋਸ਼ ਲਾ ਰਿਹਾ ਉਹਨੂੰ ਕਹੋ ਵੀ ਵੱਧ ਚੜ੍ਹ ਕੇ ਸਗੋਂ ਤਿੱਗਣਾ ਚੌਗਣਾ ਭਾਅ ਲੈ ਕੇ ਤੂੰ ਲੈ ਸਾਨੂੰ, ਜੇ ਮੈਂ ਨਾ ਅਲਾਟ ਕਰਾਂ ਤਾਂ ਮੈਨੂੰ ਤੂੰ ਕਵੇਂ ਕਿ ਵੀ ਮੈਂ ਤੁਹਾਡੇ 'ਤੇ ਅਸੀਂ ਕਿਸੇ ਨਾਲ ਪੱਖਪਾਤ ਕਰ ਰਹੇ ਹਾਂ। ਪਰ ਜੇ ਟਰਸਟ ਦੇ ਪੈਸੇ ਜਿੱਥੇ ਲੱਗੇ ਹੋਏ ਆ, ਜੇ ਅਸੀਂ ਉਹਨੂੰ ਮੋਨੇਟਾਈਜ਼ ਨਹੀਂ ਕਰਦੇ ਤਾਂ ਫਿਰ ਅਸੀਂ ਟਰਸਟ ਚਲਾਵਾਂਗੇ ਕਿਵੇਂ? ਲੋਕਾਂ ਤੋਂ ਅਸੀਂ ਜਿਹੜੇ ਪੈਸੇ ਜਿਹੜੀਆਂ ਵੀ ਚੀਜ਼ਾਂ ਅਸੀਂ ਬਣਾ ਰਹੇ ਹੈਗੇ ਆ, ਸ਼ਹਿਰ ਦੇ ਵਿੱਚ ਅਸੀਂ ਕੋਈ 125 ਕਰੋੜ ਦੀ ਇਸ ਟਾਈਮ ਡਿਵੈਲਪਮੈਂਟ ਕਰ ਰਹੇ ਹਾਂ। ਲੁਧਿਆਣੇ ਦੇ ਵਿੱਚ ਥਾਂ 'ਤੇ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਜਿਹੜੇ ਈ ਬਲਾਕ F ਬਲਾਕ ਦੀਆਂ ਜਿਹੜੇ ਪਾਰਕ ਅਸੀਂ ਮੇਨਟੇਨ ਕਰ ਰਹੇ ਹਾਂ, ਉਹਨਾਂ ਦੀਆਂ ਸੜਕਾਂ ਅਸੀਂ ਬਣਾ ਰਹੇ ਹਾਂ, ਉਹਨਾਂ ਦੇ ਇਲੈਕਟ੍ਰਿਕ ਜਿਹੜੀਆਂ ਜਿਹਨੂੰ ਕਹੀਏ ਵਧੀਆ ਤੋਂ ਵਧੀਆ ਚੀਜ਼ਾਂ ਇਹਨਾਂ ਨੂੰ ਮੁਹੱਲੇ ਕਰਾ ਰਹੇ ਹਾਂ। ਪਰ ਉਹ ਜਿਹੜੀ ਚੀਜ਼ਾਂ ਆਫਟਰ ਉਹ ਪੈਸਾ ਆਏਗਾ ਕਿੱਥੋਂ? ਪੈਸਾ ਜਿਹੜਾ ਸਾਡੇ ਕੋਲ ਇੱਕੋ ਮਾਡਲ ਹੈ ਕਿ ਜਿਹੜੇ ਸਾਡੇ ਪਲਾਟਸ ਹੈਗੇ ਆ ਜਾਂ ਜਿਹੜੀ ਸਾਡੀ ਪ੍ਰਾਪਰਟੀ ਹੈ ਅਸੀਂ ਉਹਨੂੰ ਵੇਚੀਏ ਔਰ ਵੇਚ ਕੇ ਅਸੀਂ ਉਹਨੂੰ ਲੋਕਾਂ ਲਈ ਔਰ ਇੱਕ ਮੈਂ ਤੁਹਾਨੂੰ ਬਖਸ਼ੀ ਜੀ ਦੱਸ ਦਿੰਦਾ
ਲੋਕਾਂ ਦੇ ਵਿੱਚ ਬੜਾ ਭਰਾ ਭੁਲੇਖਾ ਹੈਗਾ ਵਾ ਕਿ ਵੀ ਟਰਸਟ ਬੜਾ ਕੋਈ ਲੁਕ ਛੁਪ ਕੇ ਕੰਮ ਕਰਦਾ। ਮੇਰੇ ਇੱਥੇ ਤੁਸੀਂ ਮੈਨੂੰ ਇੱਕ ਵਾਰੀ ਫੋਨ ਕੀਤਾ, ਮੈਂ ਕਿਹਾ ਵੀ 1 ਮਿੰਟ ਦੇ ਵਿੱਚ ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਕੋਈ ਕਿੰਤੂ ਨਹੀਂ ਕੀਤਾ, ਪਰੰਤੂ ਨਹੀਂ ਕੀਤਾ, ਮੇਰੇ ਕੋਲ ਕੋਈ ਚੀਜ਼ ਛੁਪਾਉਣੀ ਨਹੀਂ। ਮੈਂ ਹਰ ਚੀਜ਼ ਬੜੀ ਓਪਨ ਕਿਤਾਬ ਹੈ। ਜਿਹੜੀ ਚੀਜ਼ ਮੇਰੇ ਕੋਲ ਕਾਨੂੰਨੀ ਤੌਰ ਤੇ ਤੁਹਾਨੂੰ ਮੈਂ ਦੱਸ ਸਕਦਾ, ਮੈਂ ਮੇਰੇ ਕੋਲ ਜਦੋਂ ਮਰਜ਼ੀ ਆ ਕੇ ਤੁਸੀਂ ਦੇਖ ਲਓ, ਲੈ ਜਾਓ ਕਾਗਜ਼, ਮੈਨੂੰ ਕੋਈ ਪ੍ਰੋਬਲਮ ਨਹੀਂ। ਪ੍ਰੋਬਲਮ ਉੱਥੇ ਹੁੰਦੀ ਹੈ ਜਦੋਂ ਪੋਲੀਟਿਕਸ ਹੋਣ ਲੱਗ ਪਵੇ। ਜਦੋਂ ਮੇਰੇ ਕੋਲੇ ਇੱਕ ਕਾਉਂਸਲਰ ਦਾ ਲਿਖਿਆ ਹੋਇਆ ਲੈਟਰ ਆ ਜਾਏ ਔਰ ਉੱਥੋਂ ਦੇ MLA ਦਾ ਲਿਖੀ ਹੋਈ ਚੀਜ਼ ਆ ਜਾਏ, ਆਫਟਰ ਆਲ ਦੇਅਰ ਅਥਾਰਟੀ, ਇਹ ਕੋਈ ਟੀਮ ਆਸ਼ੂ ਨਹੀਂ ਹੈ। ਮੈਂ ਫਿਰ ਤੁਹਾਨੂੰ ਇਹ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰਦਾ। ਜਿੰਨਾ ਮਰਜ਼ੀ ਕੋਈ ਬੰਦਾ ਮੇਰੇ ਤੇ, ਸਾਰੇ ਮੈਨੂੰ ਜਾਣਦੇ ਹੈਗੇ ਆ, ਮੈਂ ਗਲਤ ਕੰਮ ਨਹੀਂ ਕਰਦਾ, ਮੈਂ ਹਰ ਕੰਮ ਲੀਗਲੀ ਕਰਦਾ ਹੈਗਾ। ਮੈਂ ਜਿੰਨਾ ਮਰਜ਼ੀ ਮੇਰੇ ਤੇ ਪ੍ਰੈਸ਼ਰ ਹੋ ਜਾਏ, ਮੈਂ ਉਸ ਕੰਮ ਨੂੰ ਮੈਂ ਨਾ ਕਰ ਦਿੰਦਾ ਮੈਂ ਕਿ ਵੀ ਇਹ ਕੰਮ ਨਹੀਂ ਹੋ ਸਕਦਾ, ਕਾਨੂੰਨ ਦੇ ਹਿਸਾਬ ਨਾਲ ਕੰਮ ਹੋਵੇਗਾ। ਜੇ ਮੈਂ ਕਾਨੂੰਨ ਫੋਲੋ ਕਰਦਾ ਪਿਆ, ਮੈਂ ਰਾਈਟ ਅਥਾਰਟੀ ਤੋਂ ਆਪਣੀ ਪੂਰੀ ਪਰਮਿਸ਼ਨ ਲੈਣਾ ਪਿਆ ਮੈਂ, ਤੇ ਮੈਂ ਉਹ ਪੈਸਾ ਜਿਹੜਾ ਮੈਂ ਉਰਜਿਤ ਕਰਾਂਗਾ, ਉਹ ਮੈਂ ਪੈਸਾ ਜਿਹੜਾ ਵਾ ਉਹ ਲੋਕਾਂ ਦੇ ਲਈ ਹੀ ਵਰਤਣਾ ਹੈਗਾ। ਤੇ ਮੈਨੂੰ ਦੱਸੋ ਇਹਦੇ 'ਚ ਗਲਤ ਗੱਲ ਕੀ ਹੈਗੀ? ਜਿਹੜੇ ਇੱਕ ਗੱਲ ਜਿਹੜੀ ਬਿਲਕੁਲ ਫੇਰ ਮੈਂ ਤੁਹਾਨੂੰ ਗੱਲ ਸਮਝਾਉਣ ਲੱਗਾ, ਐਗਜ਼ਿਸਟਿੰਗ ਪਾਰਕ ਇਜ਼ ਨਾਟ ਬੀਇੰਗ ਡਿਸਟਰਬਡ। ਔਨ ਦਾ ਕੰਟਰੇਰੀ, ਜਿਹੜਾ ਐਗਜ਼ਿਸਟਿੰਗ ਪਾਰਕ ਹੈ ਉਹਦੇ 'ਚ 500 ਗਜ਼ ਜਗ੍ਹਾ ਹੋਰ ਐਡ ਕਰ ਦਿੱਤੀ ਹੈ, ਉਹਦੇ ਵਿੱਚ ਪਾਰਕ ਨੂੰ ਹੋਰ ਬਿਊਟੀਫਾਈ ਕਰ ਦਿੱਤਾ ਵਾ। ਔਰ ਮੈਨੂੰ ਤਾਂ ਇਹ ਵੀ ਕੁਝ ਕਹਿਤਾ ਇਹਨਾਂ ਦੇ ਜਿਹੜੇ ਐਗਜ਼ਿਸਟਿੰਗ ਪਾਰਕ ਦੀ ਮੈਨੇਜਮੈਂਟ ਕਮੇਟੀ ਸੀਗੀ, ਉਹਦੇ ਅਗੇਂਸਟ ਆ ਰਹੀਆਂ ਸੀ ਕਿ ਵੀ ਉਹ ਕੰਮ ਨਹੀਂ ਉੱਥੇ ਕਰ ਰਹੇ, ਕੁਝ ਨਹੀਂ ਹੋਰ ਕਰ ਰਹੇ। ਇਹ ਆਉਣ ਵਾਲੇ ਪਹਿਲੇ ਚੇਅਰਮੈਨ ਸਾਹਿਬ ਨੇ ਕਿਉਂ ਨਹੀਂ ਕੀਤਾ? ਇਹ ਦੇਖੋ, ਇਹ ਤਾਂ ਉਹਨਾਂ ਨੂੰ ਪੁੱਛੋ ਜੀ ਤੁਸੀਂ। ਮੇਰੇ ਕੋਲੇ ਤਾਂ ਜਦੋਂ ਪ੍ਰੋਬਲਮ ਮੇਰੇ ਕੋਲੇ ਆਈ, ਉਹ IAS ਅਫਸਰ ਸੀ ਕਿ ਸ਼ਾਇਦ ਉਹਨਾਂ ਦਾ ਉਹ ਐਕਚੁਅਲੀ ਉਹਨਾਂ ਨੂੰ ਐਡੀਸ਼ਨਲ ਚਾਰਜ ਸੀ, ਉਹ ਗਲਾਡਾ ਦੇ ਵੀ CA ਹੈਗੇ ਨੇ, ਚੀਫ ਐਡਮਿਨਿਸਟ੍ਰੇਟਰ ਨੇ। ਮੈਂ ਤਾਂ ਆਪਣੀ ਗੱਲ ਦੀ ਗੱਲ ਕਰ ਸਕਦਾ। ਜਦੋਂ ਮੇਰੇ ਕੋਲੇ ਗੱਲ ਆਈ, ਮੈਂ ਤਾਂ ਹੀ ਐਡਰੈਸ ਕਰਨਾ। ਮੈਂ ਇਹ ਉਹਨਾਂ ਨੂੰ ਪੁੱਛੋ ਕਿ ਵੀ ਉਹਨਾਂ ਨੇ ਕਿਉਂ ਨਹੀਂ ਕੀਤਾ, ਕਿਉਂਕਿ ਮੇਰੇ ਤੋਂ ਪਹਿਲਾਂ ਤਾਂ ਕਿੰਨੇ ਹੀ ਹੋਰ ਚੇਅਰਮੈਨ ਆਏ ਆ, ਕਈ ਚੇਅਰਮੈਨਾਂ ਨੇ ਨਹੀਂ ਕੀਤਾ ਕੰਮ। ਮੇਰਾ ਕਹਿਣ ਦਾ ਮਤਲਬ, ਇਹ ਤਾਂ ਹਰ ਚੇਅਰਮੈਨ ਦੀ ਆਪਣੀ ਆਪਣੀ ਵਰਕਿੰਗ ਸਟਾਈਲ ਹੈ। ਸਾਡੇ ਤੋਂ ਪਹਿਲਾਂ ਤਾਂ ਕਦੀ ਇੰਪਰੂਵਮੈਂਟ ਟਰਸਟ ਨੇ ਇੰਨਾ ਡਿਵੈਲਪਮੈਂਟ ਦਾ ਕੰਮ ਵੀ ਨਹੀਂ ਕੀਤਾ। ਹੁਣ ਮੈਂ 125 ਕਰੋੜ ਤੋਂ ਉੱਤੇ ਦੇ ਡਿਵੈਲਪਮੈਂਟ ਦੇ ਐਕਸਪੈਂਸ ਮੈਂ ਇੱਥੇ ਕੰਮ ਕਰਦਾ ਪਿਆ। ਮੈਂ ਅੱਗੇ ਤਾਂ ਕੋਈ 5-10 ਕਰੋੜ ਦੇ ਕੰਮ ਹੁੰਦੇ ਸੀ। ਤੁਸੀਂ ਇਹ ਵੀ ਪੁੱਛੋ ਨਾ ਵੀ ਤੁਸੀਂ ਇਹ ਜਿਹੜੇ ਆਫਟਰ ਆਲ ਮੈਂ ਸ਼ਹਿਰ ਦੇ ਵਿੱਚ ਇੱਕ ਹਿੱਸਾ ਆਪਣਾ ਪਾਇਆ ਵਾ ਡਿਵੈਲਪਮੈਂਟ ਦਾ, ਤੇ ਇਹ ਗੱਲਾਂ ਪੁੱਛਣੀਆਂ ਵੀ ਉਹਨਾਂ ਨੇ ਕਿਉਂ ਨਹੀਂ ਕੀਤਾ। ਮੇਰੇ ਤੋਂ ਬਾਅਦ ਵਾਲੇ ਨੂੰ ਕਿਸੇ ਨੂੰ ਪੁੱਛਣਾ ਕਿ ਵੀ ਤੁਸੀਂ ਕਿਉਂ ਨਹੀਂ ਕੀਤਾ, ਉਹਨਾਂ ਨੇ ਕੀਤਾ ਸੀਗਾ। ਆਪਾਂ ਇਸ ਬਿਲਡਿੰਗ 'ਚ ਬੈਠੇ ਹੈਗੇ ਹਾਂ, ਟਰਸਟ ਦੀ ਬਿਲਡਿੰਗ ਦੇ। ਮੈਂ ਟਰਸਟ ਦੀ ਬਿਲਡਿੰਗ ਦੇ ਵਿੱਚ, ਅਸੀਂ ਥੱਲੇ ਵਾਲੀਆਂ 2 ਫਲੋਰਸ ਜਿਹੜੀਆਂ ਮੈਂ ਕਿਰਾਏ 'ਤੇ, ਕਿਉਂਕਿ ਸਾਨੂੰ ਰੈਗੂਲਰ ਸੋਰਸ ਆਫ ਇਨਕਮ ਨਹੀਂ, ਅਸੀਂ ਆਪਣੇ ਇਹਦੇ ਉੱਤੇ 2 ਫਲੋਰਸ ਹੋਰ ਬਣਾ ਕੇ ਥੱਲੇ ਵਾਲੇ ਜਿਹੜੀਆਂ ਕਿਰਾਏ 'ਤੇ ਅਸੀਂ 20-25 ਲੱਖ ਰੁਪਇਆ 30 ਲੱਖ ਰੁਪਏ ਮਹੀਨੇ ਦਾ ਅਸੀਂ ਆਪਣਾ ਰੈਂਟ ਇੱਥੇ ਉਰਜਿਤ ਕਰਾਂਗੇ। ਤੇ ਤੁਸੀਂ ਜੇ ਪੁੱਛੋਗੇ ਵੀ ਮੇਰੇ ਤੋਂ ਪਹਿਲਾਂ ਵਾਲੇ ਨੇ ਕਿਉਂ ਨਹੀਂ ਕੀਤਾ, ਇਹ ਤਾਂ ਮੇਰੀ ਸੋਚ ਹੈ ਨਾ। ਮੈਂ ਕੁਝ ਸੋਚਦਾ ਮੈਂ, ਤੇ ਮੈਂ ਉਸ ਨੂੰ ਐਜ਼ ਪਰ ਲਾਅ ਇੰਪਲੀਮੈਂਟ ਕਰਦਾ ਮੈਂ। ਔਰ ਇਹ ਇੱਕ ਪ੍ਰੋਸੈਸ ਹੈਗਾ ਵੈ। ਆਪਣੇ ਸਾਡੇ ਅਫਸਰਾਂ ਨੂੰ ਵੀ ਮੈਂ ਰਾਏ ਕਰਦਾ ਮੈਂ, ਦੋਸਤਾਂ ਨਾਲ ਵੀ ਰਾਏ ਕਰਦਾ ਮੈਂ। ਮੇਰੇ ਕੋਲੇ ਤਾਂ ਕੋਈ ਵੀ ਬੰਦਾ ਮੇਰੀ ਕ੍ਰਿਟਿਸਿਜ਼ਮ ਕਰੇ ਜਾਂ ਕੋਈ ਵੀ ਮੈਨੂੰ ਸੁਝਾਅ ਲੈ ਕੇ ਆਵੇ, ਮੈਂ ਤਾਂ ਉਹਨੂੰ ਖੜੇ ਮੱਥੇ ਐਕਸੈਪਟ ਕਰਦਾ ਜੀ, ਜਿਹਦੇ ਨਾਲ ਟਰਸਟ ਦੀ ਬਿਹਤਰੀ ਹੋਵੇ ਬਸ। ਅਗਰ ਅਪੋਜੀਸ਼ਨ ਕੋਰਟ ਦੇ ਵਿੱਚ ਜਾਂਦੀ ਹੈ ਤਾਂ ਕੋਰਟ ਦੇ ਡਿਸੀਜਨ ਆਉਂਦੇ ਆ, ਤਾਂ ਫਿਰ ਉੱਥੇ ਤੁਹਾਡਾ ਕੀ ਪੱਖ? ਅਸੀਂ ਕੋਰਟ ਦੇ ਵਿੱਚ ਆਪਣਾ ਪੱਖ ਰੱਖਾਂਗੇ। ਜੋ ਕੋਰਟ ਦੀ ਡਿਸੀਜਨ ਆਏਗੀ ਅਸੀਂ ਮੰਨਾਂਗੇ ਜੀ। ਉਹਦੇ 'ਚ ਤਾਂ ਕੋਈ, ਅਸੀਂ ਕੋਰਟ ਦੇ ਡਿਸੀਜਨਸ ਦੇ ਅਗੇਂਸਟ ਤਾਂ ਜਾ ਨਹੀਂ ਸਕਦੇ, ਪਰ ਆਪਣਾ ਪੱਖ ਰੱਖਣਾ ਵਾ। ਉਹਨਾਂ ਦੀ ਇੱਕ ਲਿਬਰਟੀ ਹੈ, ਉਹ ਬਿਲਕੁਲ ਕੋਰਟ 'ਚ ਵੀ ਜਾ ਸਕਦੇ ਆ, ਉਹ ਸਾਡੇ ਹਾਇਰ ਅਥਾਰਟੀਜ਼ ਨੂੰ ਵੀ ਲਿਖ ਸਕਦੇ ਆ। ਇਹ ਇੱਕ ਸਰਕਾਰ ਦੇ ਵਿੱਚ ਕੋਈ ਮਨਮਰਜ਼ੀਆਂ ਨਹੀਂ ਚੱਲਦੀਆਂ। ਸਰਕਾਰ ਜਿਹੜੀ ਹੈ ਉਹ ਬਕਾਇਦਾ ਡਾਕੂਮੈਂਟਸ ਦੇ ਬੇਸ 'ਤੇ, ਤੱਥਾਂ ਦੇ ਬੇਸ 'ਤੇ ਚੱਲਦੀ ਹੈ। ਜਿੱਥੇ ਉਹ ਸਾਡੇ ਤੋਂ ਕੋਈ ਵੀ ਚੀਜ਼ ਪੁੱਛਣਗੇ, ਅਸੀਂ ਉਹਦਾ ਜਵਾਬ ਦੇਵਾਂਗੇ। ਦੋਸਤੋ, ਆਪਾਂ ਬਾਖੂਬੀ ਰਮਨ ਬਾਲਾ ਸੁਬਰਾਮਨੀਅਮ ਜੀ, ਚੇਅਰਮੈਨ ਇੰਪਰੂਵਮੈਂਟ ਟਰਸਟ ਲੁਧਿਆਣਾ ਨੂੰ ਸੁਣਿਆ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਐਕਸਪਲੇਨ ਕਰਕੇ ਹਰ ਸਵਾਲ ਦਾ ਜਵਾਬ ਬਾਖੂਬੀ ਦਿੱਤਾ। ਦੋਸਤੋ, ਇਸੇ ਤਰ੍ਹਾਂ ਮੈਂ ਫਿਰ ਅਗਲਾ ਅਪਡੇਟ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗਾ। ਤਦ ਤੱਕ ਦਿਓ ਇਜਾਜ਼ਤ। ਹਾਲਾਤ ਪੰਜਾਬ ਤੋਂ ਤੁਹਾਡਾ ਆਪਣਾ ਵਿਵੇਕ ਬਖਸ਼। ਥੈਂਕ ਯੂ।